चौर छतर तख्त दे मालिक धन धन गुरु ग्रंथ साहिब जी की पावन पवित्र हजूरी अंदर सज बैठी गुरु प्यारी गुरु सवारी साध संगत जीओ, वडभागे हो जो इस समय पातशाह जी की पावन गोद अंदर सज करके ਅਤੇ ਇੰਟਰਨੈਟ ਦੇ ਮਾਧਿਅਮ ਰਾਹੀਂ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਨਾਲ ਸਾਂਝ ਪਾ ਕਰਕੇ ਆਪਣੇ ਜੀਵਨ ਦੇ ਅਮੋਲਕ ਸਵਾਸਾਂ ਨੂੰ ਸਫਲੇ ਕਰਨ ਦਾ ਯਤਨ ਕਰ ਰਹੇ ਹੋ। ਸੋ ਆਓ ਆਰੰਭਤਾ ਕਰਨੀ ਕਰੀਏ। ਪਾਵਨ ਵਿਚਾਰ ਪਾਵਨ ਅੰਕ 102 ਉਤੋਂ ਆਰੰਭ ਹੈ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਝ ਮਹਿਲਾ ਪੰਜਵਾਂ। ਸਭ ਕਿਛ ਘਰ ਮਹਿ ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭੁਲਾਹੀ। ਮਾਝ ਰਾਗ ਵਿੱਚ ਪੰਜਵੇਂ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਬਦ ਹੈ। ਸਭ ਕਿਛ ਘਰ ਮਹਿ ਬਾਹਰ ਨਾਹੀ, ਭਾਵ ਪਾਤਸ਼ਾਹ ਜੀ ਆਖਦੇ ਹਨ ਸਾਰਾ ਆਤਮਿਕ ਸੁੱਖ ਹਿਰਦੇ ਵਿੱਚ ਟਿਕੇ ਰਹਿਣ ਵਿੱਚ ਹੀ ਹੈ, ਕਿ ਅੰਦਰੋਂ ਹੀ ਆਤਮਿਕ ਸੁੱਖ ਆਤਮਿਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਅੰਦਰ ਹੈ, ਬਾਹਰ ਨਹੀਂ। ਬਾਹਰ ਭਟਕਣ ਦੇ ਨਾਲ ਨਹੀਂ ਮਿਲਦਾ, ਕਿਉਂਕਿ ਦੁਨੀਆ ਦਾ ਦਸਤੂਰ ਹੈ ਪੁਰਾਣੇ ਸਮੇਂ ਤੋਂ ਹੀ ਕਿ ਬਹੁਤੀ ਵਾਰ ਅੰਦਰੋਂ ਲੱਭਣ ਦੀ ਬਜਾਏ ਬਾਹਰੋਂ ਲੱਭਦੀ ਹੈ ਦੁਨੀਆ, ਸੌਖੀ ਹੋਈ ਭਾਲਦੀ ਹੈ। ਸਭ ਕੁਛ ਘਰ ਮੈਂ ਬਾਹਰ ਨਹੀਂ, ਬਾਹਰ ਭਟਕਣ ਦੇ ਨਾਲ ਅੰਦਰ ਦਾ ਸੁੱਖ ਨਹੀਂ ਮਿਲਦਾ ਹੈ। ਇਸ ਕਰਕੇ ਆਪਣੇ ਅੰਦਰ ਦੀ ਖੋਜ ਕਰਨੀ ਚਾਹੀਦੀ ਹੈ। ਬੰਦੇ ਖੋਜ ਦਿਲ ਹਰ ਰੋਜ਼, ਕਿ ਅੰਦਰੋਂ ਖੋਜ, ਅੰਦਰੋਂ ਲੱਭ, ਤੇਰੇ ਅੰਦਰ ਹੀ ਸਭ ਕੁਝ ਪਿਆ ਹੋਇਆ ਹੈ। ਬਾਹਰ ਟੋਲੇ ਸੋ ਭਰਮ ਭੁਲਾਹੀ। ਤੇ ਜਿਹੜਾ ਮਨੁੱਖ ਬਾਹਰ ਸੁੱਖ ਦੀ ਭਾਲ ਕਰਦਾ ਹੈ ਉਹ ਸੁੱਖ ਨਹੀਂ ਲੱਭ ਸਕਦਾ। ਅਜਿਹੇ ਬੰਦੇ ਤਾਂ ਭਟਕਣਾ ਵਿੱਚ ਪੈ ਕੇ ਫਿਰ ਕੁਰਾਹੇ ਪਏ ਰਹਿੰਦੇ ਹੈ, ਭੁੱਲੇ ਭਟਕੇ ਰਹਿੰਦੇ ਹੈ, ਉਹ ਬਾਹਰ ਹੀ ਦੌੜਦੇ ਰਹਿੰਦੇ ਹੈ। ਉਹਨਾਂ ਨੂੰ ਆਪਣੇ ਅੰਦਰ ਦੀ ਕਦੇ ਸੁਰਤ ਆਉਂਦੀ ਨਹੀਂ ਹੈ, ਉਹਨਾਂ ਨੂੰ ਕਦੇ ਪਤਾ ਲੱਗਦਾ ਹੀ ਨਹੀਂ ਕਿ ਟਿਕਾ ਕੀ ਹੁੰਦਾ ਹੈ, ਆਤਮਿਕ ਸੁੱਖ ਕੀ ਹੁੰਦਾ ਹੈ। ਉਹ ਬਾਰ-ਬਾਰ ਹੀ ਜਿਹੜੇ ਨੇ ਭਟਕਦੇ ਫਿਰਦੇ ਰਹਿੰਦੇ ਹਨ। ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜਿਉ। ਹੁਣ ਪਾਤਸ਼ਾਹ ਜੀ ਵੇਖੋ ਇੱਥੋਂ ਰਹਿਮਤ ਕਰ ਰਹੇ ਹੈ ਕਿ ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ, ਕਿ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਨੇ ਆਪਣੇ ਹਿਰਦੇ ਵਿੱਚ ਟਿਕ ਕੇ ਪ੍ਰਮਾਤਮਾ ਨੂੰ ਪਾ ਲਿਆ ਹੈ, ਲੱਭ ਲਿਆ ਹੈ, ਸੋ ਅੰਤਰ ਬਾਹਰ ਸੁਹੇਲਾ ਜੀਓ। ਉਹ ਫਿਰ ਅੰਤਰ ਆਤਮੇ ਹੀ ਜਿਹੜੇ ਮਾਲਕ ਦੇ ਨਾਲ ਜੁੜੇ ਹੋਏ, ਜਗਤ ਨਾਲ ਪ੍ਰੇਮ ਦੀ ਵਰਤੋਂ ਕਰਦੇ ਹੋਏ ਵੀ ਸਦਾ ਫਿਰ ਸੁਖੀ ਰਹਿੰਦੇ ਹੈ, ਕਿ ਉਹ ਦੁਨਿਆਵੀ ਕਾਰਜ ਕਰਦੇ ਹੋਣ ਤੇ ਭਾਵੇਂ ਆਤਮਿਕ ਤੌਰ ਤੇ ਉਹ ਦੋਵੇਂ ਤਰੀਕਿਆਂ ਦੇ ਨਾਲ ਫਿਰ ਸੁਹੇਲੇ ਰਹਿੰਦੇ, ਭਾਵ ਸੁਖੀ ਰਹਿੰਦੇ ਹੈ। ਕਿਉਂਕਿ ਉਹਨਾਂ ਨੂੰ ਸੰਸਾਰ ਵਿੱਚ ਵੀ ਮਾਲਕ ਨਜ਼ਰ ਆਉਂਦਾ ਹੈ ਤੇ ਆਪਣੇ ਅੰਦਰ ਵੀ ਉਹੀ ਨਜ਼ਰ ਆਉਂਦਾ ਹੈ। ਅੰਤਰ ਬਾਹਰ, ਅੰਦਰ ਤੇ ਬਾਹਰ ਉਹਨਾਂ ਦੇ ਫਿਰ ਸੰਪੂਰਨ ਸੁੱਖ ਬਣ ਜਾਂਦਾ ਹੈ। ਜਿਹੜਾ ਆਨੰਦ ਉਹਨਾਂ ਦੇ ਆਪਣੇ ਅੰਦਰ ਹੁੰਦਾ ਹੈ ਉਹੀ ਆਨੰਦ ਉਹਨਾਂ ਨੂੰ ਜਗਤ ਵਿੱਚ ਨਜ਼ਰ ਹੀ ਆਉਂਦਾ ਹੈ। ਇਹ ਪਾਤਸ਼ਾਹ ਜੀ ਇੱਥੇ ਜਿਹੜੀ ਉਹ ਰਹਿਮਤ ਕਰ ਰਹੇ ਹਨ। ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਨ ਸ਼ਬਦ ਵਿਚਾਰਾ। ਝਿਮ ਝਿਮ ਭਾਵ ਮੱਠੀ ਮੱਠੀ ਸੁਰ ਨਾਲ,
ਬੜੇ ਆਰਾਮ ਨਾਲ ਚਿਮਚਿਮਾ ਭਾਵ ਲਗਾਤਾਰ ਮੱਠੀ ਮੱਠੀ ਸੁਰ ਨਾਲ, ਜਿਵੇਂ ਮੱਠੀ ਮੱਠੀ ਵਰਖਾ ਹੁੰਦੀ ਹੈ ਤੇ ਉਹ ਧਰਤੀ ਵਿੱਚ ਸਿੰਜਰਦੀ ਰਹਿੰਦੀ ਹੈ, ਸਿੰਜਰ ਜਾਂਦੀ ਹੈ, ਥੋੜ੍ਹੀ ਥੋੜ੍ਹੀ ਮੱਠੀ ਮੱਠੀ ਚਿਮਚਿਮ ਪੈਂਦੀ ਰਹਿੰਦੀ ਹੈ। ਤੇ ਉਵੇਂ ਨਾਲ ਦੀ ਨਾਲ ਪਾਣੀ ਖਲੋਂਦਾ ਨਹੀਂ ਬਹੁਤਾ ਉਹਦਾ, ਉਵੇਂ ਉਵੇਂ ਮਿੱਟੀ ਦੇ ਵਿੱਚ ਜੀਰਦੀ ਜਾਂਦੀ ਹੈ। ਤੇ ਤਿਵੇਂ ਜਦੋਂ ਆਤਮਿਕ ਅਡੋਲਤਾ ਦੀ ਹਾਲਤ ਵਿੱਚ ਨਾਮ ਅੰਮ੍ਰਿਤ ਦੀ ਧਾਰ ਫਿਰ ਸਹਿਜੇ ਸਹਿਜੇ ਵਰਸਦੀ ਹੈ, ਵਰਦੀ ਹੈ। ਪਾਤਸ਼ਾਹ ਜੀ ਆਖਣ ਮਨ ਪੀਵੈ ਸੁਨ ਸ਼ਬਦ ਵਿਚਾਰਾ, ਤਦੋਂ ਮਨੁੱਖ ਦਾ ਮਨ ਗੁਰੂ ਦਾ ਸ਼ਬਦ ਸੁਣ ਕੇ, ਪ੍ਰਭੂ ਦੇ ਗੁਣਾਂ ਦੀ ਵਿਚਾਰ ਸੁਣ ਕੇ ਉਸ ਅੰਮ੍ਰਿਤ ਧਾਰ ਨੂੰ ਪੀਂਦਾ ਜਾਂਦਾ ਹੈ ਤੇ ਆਪਣੇ ਅੰਦਰ ਟਿਕਾਈ ਜਾਂਦਾ ਹੈ। ਵੇਖੋ ਉਦਾਹਰਨ ਸਤਿਗੁਰੂ ਜੀ ਨੇ ਕਿੰਨੀ ਕਮਾਲ ਦੀ ਦਿੱਤੀ ਹੈ, ਕਿੰਨੇ ਕਹਿਣ ਤੋਂ ਭਾਵ ਹੈ ਕਿ ਕਿੰਨੀ ਵਾਜਬ ਤਰੀਕੇ ਦੇ ਨਾਲ ਸਮਝਾਇਆ ਹੈ ਕਿ ਨਹੀਂ ਨਾ ਸਮਝ ਆਉਂਦੀ ਕੀ ਹੁੰਦੀ ਹੈ। ਕਿ ਮੱਠੀ ਮੱਠੀ ਜਦੋਂ ਬਾਰਿਸ਼ ਹੁੰਦੀ ਹੈ, ਵਰਖਾ ਹੁੰਦੀ ਹੈ, ਉਹ ਜਿਵੇਂ ਧਰਤੀ 'ਤੇ ਡਿੱਗਦੀ ਉਵੇਂ ਵਿੱਚ ਸਮਾ ਜਾਂਦੀ, ਬਰੀਕ ਬਰੀਕ ਜਿਹਨੂੰ ਆਪਾਂ ਕਹਿੰਦੇ ਮੱਠੀ ਮੱਠੀ ਹੁੰਦੀ ਹੈ। ਇਸੇ ਤਰ੍ਹਾਂ ਪਾਤਸ਼ਾਹ ਜੀ ਆਖਦੇ ਨੇ ਇਸੇ ਤਰ੍ਹਾਂ ਤੇਰਾ ਮਨ ਹੈ, ਧਰਤੀ ਉਹ ਆਪਣੇ 'ਚ ਸਮਾਈ ਜਾਂਦੀ ਹੈ ਨਾ ਥੋੜ੍ਹਾ ਥੋੜ੍ਹਾ। ਜੇ ਬਹੁਤ ਜ਼ਿਆਦਾ ਮੀਂਹ ਆ ਜਾਏ ਤਾਂ ਫਿਰ ਉਹ ਹੜ੍ਹ ਦਾ ਰੂਪ ਵੀ ਧਾਰਨ ਕਰ ਲੈਂਦਾ ਹੈ, ਚਿੱਕੜ ਵੀ ਹੋ ਜਾਂਦਾ ਹੈ, ਹੜ੍ਹ ਦਾ ਰੂਪ ਵੀ ਧਾਰਨ ਕਰ ਲੈਂਦਾ। ਪਰ ਥੋੜ੍ਹਾ ਥੋੜ੍ਹਾ ਪੈਂਦਾ ਵੀ ਉਹ ਨਾ ਤਾਂ ਚਿੱਕੜ ਹੁੰਦਾ ਹੈ ਤੇ ਨਾ ਹੀ ਜਿਹੜਾ ਉਹ ਮਿੱਟੀ ਰਹਿੰਦੀ, ਭਾਵ ਗਿੱਲਾ ਹੋ ਜਾਂਦਾ, ਮਾੜਾ ਮਾੜਾ ਜੀਰੀ ਜਾਂਦਾ। ਇਸੇ ਤਰ੍ਹਾਂ ਆਖਦੇ ਨੇ ਕਿ ਮਨ ਪੀਵੈ ਸੁਨ ਸ਼ਬਦ ਵਿਚਾਰਾ, ਭਾਵ ਕਿ ਮਨੁੱਖ ਦਾ ਮਨ ਵੀ ਗੁਰੂ ਦਾ ਸ਼ਬਦ ਸੁਣ ਕੇ, ਮਾਲਕ ਦੇ ਗੁਣਾਂ ਦੀ ਵਿਚਾਰ ਕਰਕੇ, ਵਿਚਾਰ ਸੁਣ ਕੇ ਇਸ ਅੰਮ੍ਰਿਤ ਧਾਰ ਨੂੰ ਫਿਰ ਪੀਂਦਾ ਜਾਂਦਾ ਹੈ। ਮਨ ਫਿਰ ਜਿਵੇਂ ਵਰਖਾ ਮਿੱਟੀ ਪੀਂਦੀ ਜਾਂਦੀ ਹੈ ਨਾ ਵਰਖਾ ਨੂੰ, ਇਵੇਂ ਸ਼ਬਦ ਨੂੰ, ਗੁਣਾਂ ਦੀ ਵਿਚਾਰ ਨੂੰ ਮਨ ਫਿਰ ਹੌਲੀ ਹੌਲੀ ਅੰਦਰ ਧਾਰਨ ਕਰੀ ਜਾਂਦਾ, ਆਪਣੇ ਅੰਦਰ ਟਿਕਾਈ ਜਾਂਦਾ ਹੈ। ਆਨੰਦ ਵਿਨੋਦ ਕਰੇ ਦਿਨ ਰਾਤੀ, ਸਦਾ ਸਦਾ ਹਰ ਕੇਲਾ ਜੀਓ। ਆਨੰਦ ਵਿਨੋਦ ਭਾਵ ਆਤਮਿਕ ਸੁੱਖ ਦਾ ਆਨੰਦ, ਆਤਮਿਕ ਸੁੱਖ ਆਨੰਦ। ਕੇਲਾ ਤੋਂ ਭਾਵ ਖੇਲ ਤਮਾਸ਼ੇ। ਪਾਤਸ਼ਾਹ ਜੀ ਆਖਣ ਲੱਗੇ ਫਿਰ ਉਸ ਅਵਸਥਾ ਵਿੱਚ ਮਨ ਹਰ ਵੇਲੇ ਆਤਮਿਕ ਆਨੰਦ ਮਾਣਦਾ ਹੈ। ਆਨੰਦ ਵਿਨੋਦ ਕਰੇ ਦਿਨ ਰਾਤੀ, ਸਦਾ ਸਦਾ ਹਰ ਕੇਲਾ ਜੀਓ। ਕਿ ਹਰ ਵੇਲੇ ਹੀ ਫਿਰ ਮਨ ਜਿਹੜਾ ਆਤਮਿਕ ਆਨੰਦ ਮਾਣਦਾ ਹੈ, ਸਦਾ ਪ੍ਰਮਾਤਮਾ ਦੀ ਮਿਲਾਪ ਦਾ ਫਿਰ ਉਹ ਸੁੱਖ ਲੈਂਦਾ ਹੈ। ਕੇਲਾ ਜੀਓ ਭਾਵ ਸੁੱਖ ਆਨੰਦ ਜਿਹੜਾ ਉਹ ਹਾਸਲ ਕਰਦਾ ਹੈ। ਜਨਮ ਜਨਮ ਕਾ ਵਿਛੁੜਿਆ ਮਿਲਿਆ, ਸਾਧ ਕਿਰਪਾ ਤੇ ਸੂਕਾ ਹਰਿਆ। ਪਾਤਸ਼ਾਹ ਜੀ ਆਖਣ ਲੱਗੇ ਸਿਫਤ ਸਲਾਹ ਦੀ ਬਰਕਤ ਨਾਲ, ਰਹਿਮਤ ਨਾਲ ਜਨਮਾਂ ਜਨਮਾਂਤਰਾਂ ਦਾ ਵਿਛੜਿਆ ਹੋਇਆ ਜੀਵ ਪ੍ਰਭੂ ਚਰਨਾਂ ਵਿੱਚ ਮਿਲਾਪ ਹਾਸਲ ਕਰ ਲੈਂਦਾ ਹੈ। ਜਨਮ ਜਨਮਾਂਤਰ ਭਾਵ ਕਿ ਮਨੁੱਖ ਇੱਕ ਖਿਣ ਦੇ ਵਿੱਚ ਹੀ ਕਈ ਜਨਮ ਧਾਰਨ ਕਰਕੇ ਜਿਹੜਾ ਅੱਖਾਂ ਜੀਵਾਂ ਵਿਸਰੈ ਮਰ ਜਾਉਂ ਦੇ ਅਨੁਸਾਰ ਜਿਹੜਾ ਹੈ ਉਹ ਕਈ ਜਨਮ ਧਾਰ ਕਰ ਲੈਂਦਾ ਹੈ, ਕਈ ਵਾਰ ਮਰ ਕੇ ਜਿਹੜਾ ਉਹ ਜੰਮ ਪੈਂਦਾ ਹੈ। ਇਸੇ ਤਰ੍ਹਾਂ ਪਾਤਸ਼ਾਹ ਜੀ ਆਖਣ ਲੱਗੇ ਜਦੋਂ ਫਿਰ ਉਹ ਸਿਫਤ ਸਲਾਹ ਹਾਸਲ ਕਰ ਲੈਂਦਾ ਹੈ ਨਾ ਮਾਲਕ ਦੀ, ਉਦੋਂ ਫਿਰ ਇਹ ਸਾਰੇ ਜਿਹੜੇ ਜਨਮ ਜਨਮਾਂਤਰਾਂ ਭਾਵ ਲੰਬੇਰੇ ਸਮੇਂ ਤੋਂ ਕਰਮਾਂ ਦੇ ਕਰਕੇ ਵਿਛੜਿਆ ਜੀਵ ਮੁੜ ਮਿਲਾਪ ਹਾਸਲ ਕਰ ਲੈਂਦਾ ਹੈ। ਸਾਧ ਕਿਰਪਾ ਤੇ ਸੂਕਾ ਹਰਿਆ। ਸਾਧ ਤੋਂ ਭਾਵ ਗੁਰੂ, ਕਿ ਸੂਕਾ ਹਰਿਆ, ਸੁੱਕੇ ਤੋਂ ਹਰਿਆ ਹੋ ਜਾਣਾ। ਕਿ ਸਹਿਜੇ ਹੈ ਨਾ ਜਿਵੇਂ ਪਾਵਨ ਆਪਾਂ ਸੁਦਰ ਦੀ ਬਾਣੀ ਅੰਦਰ ਵੀ ਸੂਕੇ ਕਾਸ਼ਟ ਹਰਿਆ ਸ਼ਬਦ ਪੜ੍ਹਦੇ ਹਾਂ, ਇਸੇ ਤਰ੍ਹਾਂ ਕਾਸ਼ਟ ਦਾ ਅਰਥ ਲੱਕੜ ਹੁੰਦਾ ਹੈ। ਹੁਣ ਪਾਤਸ਼ਾਹ ਜੀ ਆਖਦੇ ਨੇ ਕਿ ਮਨੁੱਖ ਦਾ ਰੁੱਖਾ ਹੋ ਚੁੱਕਾ ਮਨ ਜਿਹੜਾ ਹੈ ਭਾਵ ਸੁੱਕਿਆ ਹੋਇਆ ਮਨ ਗੁਰੂ ਦੀ ਕਿਰਪਾ ਨਾਲ ਪਿਆਰ ਰਸ ਨਾਲ ਤਰ ਹੋ ਜਾਂਦਾ ਹੈ। ਕਿ ਜਿਵੇਂ ਸੁੱਕਿਆ ਹੋਇਆ ਕੋਈ ਦਰਖਤ ਹਰਾ ਹੋ ਜਾਂਦਾ ਹੈ ਨਾ, ਇਸੇ ਤਰ੍ਹਾਂ ਗੁਰੂ ਦੀ ਕਿਰਪਾ ਨਾਲ ਮਨੁੱਖ ਦਾ ਮਨ ਜਿਹੜਾ ਸੁੱਕਿਆ ਹੁੰਦਾ ਹੈ ਮਾਲਕ ਦੇ ਨਾਮ ਤੋਂ ਬਿਨਾਂ, ਉਹ ਪ੍ਰੇਮ ਦੇ ਨਾਲ ਭਰ ਜਾਂਦਾ ਹੈ, ਰਹਿਮਤ ਦੇ ਨਾਲ ਭਰ ਜਾਂਦਾ ਹੈ। ਜਦੋਂ ਮਾਲਕ ਦੇ ਨਾਲ ਮਾਲਕ ਦੀ ਸਿਫਤ ਸਲਾਹ ਕਰਦਿਆਂ ਮਿਲਾਪ ਹੋ ਜਾਂਦਾ ਹੈ।
ਸੁਮਤ ਪਾਏ ਨਾਮ ਧਿਆਏ, ਗੁਰਮੁਖ ਹੋਏ ਮੇਲਾ ਜਿਉ। ਸੁਮਤ ਪਾਏ ਭਾਵ ਚੰਗੀ ਮਤ, ਚੰਗੀ ਅਕਲ। ਕਿ ਗੁਰੂ ਪਾਸੋਂ ਜਦੋਂ ਮਨੁੱਖ ਚੰਗੀ ਮਤ ਲੈ ਲੈਂਦਾ ਹੈ, ਸ੍ਰੇਸ਼ਟ ਮਤ ਲੈ ਲੈਂਦਾ ਹੈ, ਤਾਂ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ। ਸੁਮਤ ਪਾਏ ਨਾਮ ਧਿਆਏ, ਗੁਰਮੁਖ ਹੋਏ ਮੇਲਾ ਜਿਉ। ਅਤੇ ਗੁਰੂ ਦੀ ਸ਼ਰਨ ਪਿਆ ਜੀਵ ਦਾ ਪ੍ਰਮਾਤਮਾ ਨਾਲ ਮੇਲਾ ਹੋ ਜਾਂਦਾ, ਭਾਵ ਮਿਲਾਪ ਹੋ ਜਾਂਦਾ ਹੈ, ਜੋੜ ਹੋ ਜਾਂਦਾ ਹੈ। ਜਿਹਨੂੰ ਮੇਲਾ ਤੋਂ ਭਾਵ ਮੇਲ ਮਿਲਾਪ, ਕਿ ਮਿਲਾਪ ਹੋ ਜਾਂਦਾ ਹੈ। ਜਲ ਤਰੰਗ ਜਿਉ ਜਲਹਿ ਸਮਾਇਆ, ਤਿਉ ਜੋਤੀ ਸੰਗ ਜੋਤ ਮਿਲਾਇਆ। ਜਲ ਤਰੰਗ ਜਿਉ ਜਲਹਿ ਸਮਾਇਆ, ਜਿਵੇਂ ਨਦੀ ਆਦਿਕ ਦੇ ਪਾਣੀ ਦੀ ਲਹਿਰ ਉਸ ਨਦੀ ਵਿੱਚੋਂ ਉੱਭਰ ਕੇ ਮੁੜ ਪਾਣੀ ਵਿੱਚ ਹੀ ਰਲ ਜਾਂਦੀ ਹੈ। ਕਿਤੇ ਵੀ ਲਹਿਰ ਉੱਠ ਜਾਏ, ਕਿ ਛੋਟੀਆਂ ਛੋਟੀਆਂ ਉੱਠਦੀਆਂ, ਕਿਤੇ ਵੱਡੀਆਂ ਉੱਠਦੀਆਂ, ਉਹ ਪਾਣੀ 'ਚ ਉੱਠਦੀਆਂ ਅਤੇ ਫਿਰ ਪਾਣੀ ਦੇ ਵਿੱਚ ਹੀ ਸਮਾ ਜਾਂਦੀਆਂ ਹਨ। ਤਿਉਂ ਜੋਤੀ ਸੰਗ ਜੋਤ ਸਮਾਇਆ, ਤਿਵੇਂ ਗੁਰੂ ਦੀ ਸ਼ਰਨ ਪੈ ਕੇ ਸਿਮਰਨ ਕਰਨ ਨਾਲ ਮਨੁੱਖ ਦੀ ਸੁਰਤ ਜੋਤ ਪ੍ਰਭੂ ਦੀ ਜੋਤ ਵਿੱਚ ਫਿਰ ਮਿਲੀ ਰਹਿੰਦੀ ਹੈ, ਜੁੜੀ ਰਹਿੰਦੀ ਹੈ, ਟਿਕੀ ਰਹਿੰਦੀ ਹੈ। ਕਉ ਨਾਨਕ ਭ੍ਰਮ ਕੱਟੇ ਕਿਵਾੜਾ, ਬਹੁੜ ਨਾ ਹੋਈਐ ਜੌਲਾ ਜੀਓ। ਪਾਤਸ਼ਾਹ ਜੀ, ਭ੍ਰਮ ਕੱਟੇ ਕਿਵਾੜਾ, ਭ੍ਰਮ ਕਿਵਾੜਾ ਭਾਵ ਭਟਕਣਾ ਦੇ ਤਖਤੇ। ਇੱਕ ਸ਼ਬਦ ਹੈ ਬਹੁੜ ਨਾ ਹੋਈਐ ਜੌਲਾ ਜੀਓ। ਜੌਲਾ ਜਿਹੜਾ ਹੈ ਇਹ ਫਾਰਸੀ ਦਾ ਲਫ਼ਜ਼ ਹੈ, ਇਹਦਾ ਭਾਵ ਹੈ ਦੌੜਦਾ, ਦੌੜਦਾ ਹੈ, ਜਿਹੜਾ ਭਾਵ ਦੌੜ ਭੱਜ ਕਰਨ ਵਾਲਾ, ਭਟਕਣਾ ਵਾਲਾ। ਸਤਿਗੁਰੂ ਜੀ ਆਖਣ ਲੱਗੇ, ਹੈ ਨਾਨਕ, ਗੁਰੂ ਦੇ ਸਨਮੁਖ ਹੋ ਕੇ ਸਿਮਰਨ ਕੀਤਿਆਂ ਮਨੁੱਖ ਦੇ ਭਟਕਣਾ ਰੂਪ ਤਖਤੇ, ਜਿਨ੍ਹਾਂ ਦੀ ਕੈਦ ਵਿੱਚ ਇਹ ਬੰਦ ਪਿਆ ਰਹਿੰਦਾ ਹੈ। ਕੀ ਸ਼ਬਦ ਵਰਤਿਆ ਹੈ? ਭ੍ਰਮ ਕੱਟੇ ਕਿਵਾੜਾ, ਕਿ ਜਿਹੜੇ ਇਹ ਤਖਤੇ ਨੇ, ਕਿਵਾੜ ਨੇ, ਜਿਨ੍ਹਾਂ ਦੇ ਵਿੱਚ ਇਹ ਪਿਆ ਰਹਿੰਦਾ ਹੈ, ਹਮੇਸ਼ਾ ਹੀ ਬੰਦ ਹੋਇਆ ਰਹਿੰਦਾ ਹੈ, ਬਾਹਰ ਨਹੀਂ ਨਿਕਲ ਸਕਦਾ। ਪਾਤਸ਼ਾਹ ਜੀ ਆਖਣ ਲੱਗੇ, ਫਿਰ ਕੀ ਹੈ? ਗੁਰੂ ਦੇ ਸਨਮੁਖ ਹੋ ਕੇ ਫਿਰ ਇਹ ਜਿਹੜੇ ਭਟਕਣਾ ਰੂਪ ਤਖਤੇ ਹੈ, ਕਿਵਾੜ ਹੈ, ਇਹ ਕੀ ਹੈ? ਖੁੱਲ੍ਹ ਜਾਂਦੇ ਹੈ। ਇਸ ਕੈਦ ਚੋਂ ਫਿਰ ਇਹ ਬਾਹਰ ਨਿਕਲ ਆਉਂਦਾ ਹੈ ਤੇ ਮੁੜ ਮਨੁੱਖ ਮਾਇਆ ਦੇ ਪਿੱਛੇ ਦੌੜ ਭੱਜ ਕਰਨ ਵਾਲੇ ਸੁਭਾਵ ਦਾ ਨਹੀਂ ਰਹਿੰਦਾ। ਫਿਰ ਸੁਭਾਅ ਦੇ ਵਿੱਚ ਕੀ ਹੈ? ਤਬਦੀਲੀ ਆ ਜਾਂਦੀ ਹੈ, ਸੁਭਾਅ ਬਦਲ ਜਾਂਦਾ ਹੈ। ਕਿ ਹੁਣ ਆਪਾਂ ਦੇਖਦੇ ਹਾਂ ਨਾ ਕਿ ਸਰੀਰ ਤਾਂ ਸਾਰੇ ਮਨੁੱਖਾਂ ਦੇ ਇੱਕੋ ਜਿਹੇ ਹੈ। ਅੱਜ ਭਾਵੇਂ ਜਾਂ ਪਿਛਲੇ ਸਮੇਂ ਅੰਦਰ ਕੋਈ ਮਨੁੱਖ ਬਹੁਤ ਮੰਦ ਕਰਮੀ ਹੋ ਸਕਦਾ ਹੈ, ਤੇ ਅੱਜ ਉਹ ਬਹੁਤ ਜਿਹੜਾ ਹੈ ਗੁਰੂ ਦੀ ਸਿੱਖਿਆ ਦੇ ਅਨੁਸਾਰ ਜਿਉਣ ਵਾਲਾ ਹੋ ਸਕਦਾ ਹੈ। ਸਰੀਰ ਉਹਦਾ ਉਹੀ ਦਾ ਉਹੀ ਹੈ। ਕੀ ਹੈ? ਉਹਦੇ ਸੁਭਾਅ ਦੇ ਵਿੱਚ, ਕਰਮਾਂ ਦੇ ਵਿੱਚ ਤਬਦੀਲੀ ਆ ਗਈ ਹੈ। ਇਹੋ ਹੀ ਤਬਦੀਲੀ ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ ਕਿ ਇਹੀ ਸੁਭਾਅ ਦੇ ਵਿੱਚ ਅਸੀਂ ਤਬਦੀਲੀ ਕਰਨੀ, ਭਾਵ ਆਪਣੇ ਕਰਮ ਬਦਲਣੇ ਨੇ। ਸਰੀਰ ਤਾਂ ਉਹੀ ਰਹਿਣਾ ਜੋ ਮਾਲਕ ਨੇ ਬਖਸ਼ਿਆ ਹੈ। ਭਾਵੇਂ ਕਿ ਅੱਜ ਮਨੁੱਖ ਹੈ ਜਿਹੜਾ ਉਹ ਸਰੀਰਕ ਦੀ ਤਬਦੀਲੀ ਨੂੰ ਵੀ ਕਹਿ ਰਿਹਾ ਕਿ ਮੈਂ ਸਰੀਰ ਨੂੰ ਤਬਦੀਲ ਕਰ ਲਵਾਂ। ਬਹੁਤ ਸਾਰੇ ਐਸੇ ਆਪਾਂ ਜਿਹੜੇ ਉਹ ਘਟਨਾਵਾਂ ਦੇਖਦੇ ਹਾਂ ਕਿ ਕਈ ਮਨੁੱਖ ਆਪਣੇ ਆਪ ਨੂੰ ਜਿਹੜਾ ਹੈ ਉਹ ਇਸਤਰੀ ਬਣਾਉਣ 'ਤੇ ਤੁਲੇ ਹੋਏ ਹੈ। ਬਹੁਤ ਸਾਰੇ ਲੰਬੇ ਲੰਬੇ ਖਰਚ ਕਰਕੇ ਕੁਝ ਇਸਤਰੀਆਂ ਆਪਣੇ ਆਪ ਨੂੰ ਮਰਦ ਬਣਾ ਰਹੀਆਂ ਨੇ। ਇੱਕ ਐਸੀ ਵੀ ਪਿਛਲੇਰੇ ਸਮੇਂ ਦੇ ਅੰਦਰ ਜਿਹੜੀ ਉਹ ਨਿਊਜ਼ ਦੇਖਣ ਨੂੰ ਮਿਲੀ ਕਿ ਬਹੁਤ ਸਾਰਾ ਧਨ ਖਰਚ ਕਰਕੇ ਇੱਕ ਮਨੁੱਖ ਨੇ ਆਪਣੇ ਆਪ ਨੂੰ ਕੁੱਤਾ ਬਣਾਇਆ। ਕੁੱਤਾ ਬਣਾਇਆ, ਦੇਖਿਆ ਹੋਣਾ ਪਿਛਲੇ ਦਿਨੀ ਬੜੀ ਮਸ਼ਹੂਰ ਹੋਈ ਸੀ। ਉਹ ਕਹਿੰਦਾ ਉਹ ਸਾਰਾ ਆਪਣਾ ਸਰੀਰ ਉਹਨੇ ਵਾਰ-ਵਾਰ ਜਿਹੜਾ ਹੈ ਚੇਂਜ ਕਰਾ ਕੇ ਕੁੱਤੇ ਦੇ ਵਾਲ ਸਾਰੇ ਸਰੀਰ ਦੇ ਉੱਤੇ ਲਵਾ ਲਏ। ਉਸੇ ਤਰ੍ਹਾਂ ਹੁਣ ਉਹ ਤੁਰਦਾ ਹੈ। ਕਿ ਮਨੁੱਖ ਹੁਣ ਇਸੇ ਤੇ ਵੀ ਇੱਥੇ ਪਹੁੰਚ ਗਿਆ ਕਿ ਮੈਂ ਉਹ ਬਣਨਾ ਹੈ।
ਖੈਰ ਪਾਤਸ਼ਾਹ ਜੀ ਰਹਿਮਤ ਕਰਨ ਕਿ ਅਸਲ ਦੇ ਵਿੱਚ ਅਸੀਂ ਆਪਣੇ ਕਰਮ ਬਦਲਨੇ ਸੀ, ਪਰ ਅਸੀਂ ਹੁਣ ਸਰੀਰ ਬਦਲਣ ਵਾਲੇ ਪਾਸੇ ਹੋ ਗਏ। ਖੈਰ ਪਾਤਸ਼ਾਹ ਜੀ ਰਹਿਮਤ ਕਰਨ। ਕਹੋ ਨਾਨਕ ਭਰਮ ਕੱਟੇ ਕਿਵਾੜਾ ਬੌੜ ਨਾ ਹੋਈਐ ਜੌਲਾ ਜੀਓ, ਕਿ ਜਦੋਂ ਫਿਰ ਮਨੁੱਖ ਦੇ ਇਹ ਕਿਵਾੜ ਖੁੱਲ੍ਹ ਜਾਂਦੇ ਹੈ ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੇ ਸ਼ਬਦ ਨੂੰ ਜੀਵਨ ਵਿੱਚ ਧਾਰਨ ਕਰਨ ਕਰਕੇ, ਫਿਰ ਮਾਇਆ ਦੇ ਪਿੱਛੇ ਇਹ ਦੌੜਦਾ ਨਹੀਂ, ਇਹਦਾ ਸੁਭਾਅ ਬਦਲ ਜਾਂਦਾ ਹੈ। ਮਾਇਆ ਦੇ ਪਿੱਛੇ ਦੌੜਨ ਦੀ ਬਜਾਏ ਫਿਰ ਇਹ ਗੁਰੂ ਦੇ ਸ਼ਬਦ ਵੱਲ ਜਿਹੜਾ ਆਪਣਾ ਧਿਆਨ ਕਰਦਾ ਹੈ, ਚਿੱਤ ਜਿਹੜਾ ਉਹ ਜੋੜਦਾ ਹੈ। ਮਾਝ ਮਹਿਲਾ ਪੰਜਵਾਂ। ਤਿਸ ਕੁਰਬਾਨੀ ਜਿਨ ਤੂੰ ਸੁਣਿਆ, ਤਿਸ ਬਲਿਹਾਰੀ ਜਿਨ ਰਸਨਾ ਭਣਿਆ। हे प्रभु, जिस मनुख ने तेरा नाम सुनिया है, तिस कुर्बानी जिन तू सुनिया, तू तो भाव तैनू, कि जिस मनुख ने तेरा नाम सुनिया है, तैनू सुनिया है, जो सदा तेरी सिफत सलाह सुनदा है, मैं उस तो सदके हाँ, कुर्बान हाँ, बलिहार हाँ। तिस बलिहारी जिन रसना भणिया, कि जिस मनुख ने अपनी जीभ नाल तेरा नाम उचारिया है, तेरी सिफत सलाह करदा रहिंदा है, मैं उस तो वारने हाँ, बलिहारी हाँ, कुर्बान हाँ। देखो पंक्तियां दो सतगुरु जी ने वरतियां, अर्थ इक्को ही है पर शब्द वखरे वखरे है। पहले दे विच बलिहारी है, पहले दे विच कुर्बानी है, ते दूसरे दे विच बलिहारी है। एक दा अर्थ जिहड़ा है वो प्रोफैसर साहिब सिंह जी सदके कर रहे हैं, दूजे दा वारने कर रहे हैं। कि वेखो अर्थ इक्को ही है पर शब्द जिहड़े ने वो वखरे वखरे जिहड़े वरत लए गए, ताकि सुनने वाले नूं भी लगे कि हाँ ये थोड़ा वखरा पर अर्थ उही है। गुरु साहब जी वखरे वखरे शब्द वरत रहे, वारने एक बलिहारी वरत्या, कुर्बानी वरत्या, पर भाव की है कि मैं कुर्बान जाना, बलिहार जाना, सदके जाना, वारने जाना। वार वार जाई तिस विटहों, जो मन तन तुद आराधे जियो। हुण फिर वेखो नवा शब्द है वार वार जाई। किन्नी रहमत कीती है सतगुरु पातशाह जी ने, किन्ना एजुकेट कर रहे सतगुरु पातशाह जी सानू, कि एक चीज़ नूं हर नवीं लाइन दे विच नवें तरीके दे नाल दस रहे, पर भाव इक्को ही है। किन्नी रहमत बख्शिश कर रहे है। हे प्रभु, मैं उस मनुख तो मुड़ मुड़ कुर्बान जांदा हाँ, वारने जांदा हाँ, सदके जांदा हाँ, जो मन तन तुद आराधे जियो, जो अपने मन नाल अपने शरीर नाल तैनू याद करदा रहिंदा है। कि अपने मन अते शरीर दे नाल वो तैनू ही त्याउंदा है, याद करदा है, उस तो मैं वार वार बलिहार हाँ। तिस चरण पखाली जो तेरे मार्ग चालै, नैन निहाली तिस पुरख दयालै। सतगुरु पातशाह तिस चरण पखाली जो तेरा मार्ग चलै। पखालना तो भाव धोना, कि तिस चरण पखाली, हे प्रभु, जेड़ा मनुख तेरे मिलाप दे रस्ते उत्ते तुरदा है, तेरे दसे हुए राह उत्ते तुरदा है, मैं उसदे पैर धोंदा रहा। तिस चरण पखाली जो तेरा मार्ग चले, जो तेरे दसे हुए रस्ते ते चलदा है, मैं उहदे पैर धोंदा रहा। नैन निहाली तिस पुरख दयालै, है दया दे सोमे उस अकाल पुरख नूं मैं अपनियां अखां नाल वेखना चाहुंदा हां। नैन निहाली तिस पुरख दयालै, कि जेड़े दे रस्ते ते जा रहा है
ਮੈਂ ਉਸ ਪੁਰਖ ਦੇ ਮਨੁੱਖ ਦੇ ਪੈਰ ਧੋਵਾਂ, ਤਾਂ ਕਿ ਮੈਨੂੰ ਜਿਹੜੇ ਨੂੰ ਉਹ ਵੇਖਣ ਜਾ ਰਿਹਾ ਦਿਆਲ ਪੁਰਖ ਨੂੰ, ਮੈਂ ਵੀ ਉਹਨਾਂ ਨੂੰ ਵੇਖਣਾ ਚਾਹੁੰਦਾ। ਮੈਂ ਤਾਂ ਸੇਵਾ ਕਰਦਾ ਕਿ ਮੈਨੂੰ ਵੀ ਆਪਣੇ ਨਾਲ ਲਾ ਕੇ ਲੈ ਕੇ ਚੱਲੇ ਉੱਥੇ ਜਿਹੜੇ ਰਸਤੇ ਦੇ ਉੱਤੇ ਚੱਲ ਰਿਹਾ ਹੈ। ਨੈਣ ਨਿਹਾਲੀ, ਨੈਣਾ ਨਾਲ ਨਿਹਾਲਣਾ, ਨੈਣਾ ਦੇ ਨਾਲ ਅੱਖਾਂ ਦੇ ਨਾਲ ਵੇਖਣਾ। ਮਨ ਦੇਵਾ ਤਿਸ ਆਪਣੇ ਸਾਜਨ, ਜਿਨ ਗੁਰ ਮਿਲ ਸੋ ਪ੍ਰਭ ਲਾਧੇ ਜਿਉ। ਇਸ ਵਾਸਤੇ ਮੈਂ ਆਪਣਾ ਮਨ ਆਪਣੇ ਉਸ ਸੱਜਣ ਦੇ ਹਵਾਲੇ ਕਰਨ ਨੂੰ ਤਿਆਰ ਹਾਂ। ਮਨ ਦੇਵਾਂ ਤਿਸ ਆਪਣੇ ਸਾਜਨ, ਉਸ ਸੱਜਣ ਦੇ ਹਵਾਲੇ ਕਰਨ ਨੂੰ ਤਿਆਰ ਹਾਂ। ਜਿਨ ਗੁਰ ਮਿਲ ਸੋ ਪ੍ਰਭ ਲਾਧੇ ਜਿਉ, ਜਿਸ ਨੇ ਗੁਰੂ ਨੂੰ ਮਿਲ ਕੇ ਉਸ ਪ੍ਰਭੂ ਨੂੰ ਲੱਭ ਲਿਆ ਹੈ, ਜਿਹਨੇ ਪਾ ਲਿਆ ਹੈ ਮਾਲਕ ਪਰਮੇਸ਼ਰ ਨੂੰ ਗੁਰੂ ਦੇ ਰਾਹੀਂ, ਗੁਰੂ ਦੇ ਦੱਸੇ ਰਸਤੇ 'ਤੇ ਚੱਲ ਕੇ ਮੈਂ ਆਪਣਾ ਮਨ ਉਸ ਨੂੰ ਦੇਣ ਦੇ ਲਈ ਤਿਆਰ ਹਾਂ ਕਿ ਮੇਰਾ ਵੀ ਮਨ ਉਸ ਪਾਸੇ ਜੋੜ ਦੇ ਜਿਹੜੇ ਪਾਸੇ ਗੁਰੂ ਨੇ ਤੇਰਾ ਮਨ ਜੋੜਿਆ ਹੈ। ਸੇ ਵਡ ਭਾਗੀ ਜਿਨ ਤੁਮ ਜਾਣੇ, ਸਭ ਕੈ ਮਧੇ ਅਲਿਪਤ ਨਿਰਬਾਣੇ। ਪਾਤਸ਼ਾਹ ਜੀ ਆਖਣ ਲੱਗੇ ਸੇ ਵਡ ਭਾਗੀ ਜਿਨ ਤੁਮ ਜਾਣੇ। ਇੱਥੇ ਹੁਣ ਜਿਨ ਸ਼ਬਦ ਇੱਕ ਵਚਨ ਹੈ, ਜਿਨ ਤੁਮ ਜਾਣੇ ਭਾਵ ਸੇ ਜਿਹੜਾ ਸ਼ਬਦ ਹੈ ਉਹ ਬਹੁਵਚਨ ਦੇ ਰੂਪ ਵਿੱਚ ਹੈ। ਹੁਣ ਰਹਿਮਤ ਕੀਤੀ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਕਿ ਹੇ ਪ੍ਰਭੂ, ਜਿਸ ਜਿਸ ਮਨੁੱਖ ਨੇ ਤੇਰੇ ਨਾਲ ਸਾਂਝ ਪਾ ਲਈ ਹੈ ਉਹ ਸਭ ਵੱਡੇ ਭਾਗਾਂ ਵਾਲੇ ਨੇ, ਭਾਗਾਂ ਵਾਲੇ ਨੇ। ਸਭ ਕੈ ਮਧੇ ਅਲਿਪਤ ਨਿਰਬਾਣੇ। ਅਲਿਪਤ ਤੋਂ ਭਾਵ ਨਿਰਲੇਪ, ਨਿਰਲੇਪ ਜਿਹੜਾ ਲਿਪਤ ਨਹੀਂ ਹੈ। ਇੱਕ ਲਿਪਤ ਤੋਂ ਭਾਵ ਹੁੰਦਾ ਲਿਪਿਆ ਹੋਇਆ, ਇੱਕ ਅਲਿਪਤ ਜਿਹੜਾ ਲਿਪਿਆ ਹੋਇਆ ਨਹੀਂ। ਅਸੀਂ ਸਾਰੇ ਬਹੁਤੇ ਕੀ ਹਾਂ, ਮਾਇਆ ਦੇ ਨਾਲ ਲਿਪਤ ਹਾਂ, ਪਰ ਮਾਲਕ ਕੀ ਹੈ, ਲਿਪਤ ਹੈ ਕਿ ਮਾਇਆ ਦੇ ਨਾਲ ਲਿਪਤ ਨਹੀਂ ਹੈ, ਭਾਵ ਨਿਰਲੇਪ। ਨਿਰਬਾਣੇ ਵਾਸ਼ਨਾ ਰਹਿਤ, ਕਿ ਜਿਹਦੀ ਕੋਈ ਕਹਿ ਦਈਏ ਕਿ ਵਾਸ਼ਨਾ ਨਹੀਂ ਹੈ, ਜਿਹਦੀ ਕੋਈ ਬਹੁਤੀ ਭਾਵਨਾ ਨਹੀਂ ਹੈ। ਪਰਮਾਤਮਾ ਸਭ ਕੈ ਮਧੇ, ਪਰਮਾਤਮਾ ਸਭ ਜੀਵਾਂ ਦੇ ਅੰਦਰ ਵਸਦਾ ਹੈ, ਫਿਰ ਵੀ ਉਹ ਨਿਰਲੇਪ ਹੈ ਤੇ ਵਾਸ਼ਨਾ ਰਹਿਤ ਹੈ, ਕਿ ਉਹਨੂੰ ਕੋਈ ਵਾਸ਼ਨਾ ਨਹੀਂ ਹੈ। ਸਾਧ ਕੈ ਸੰਗ ਉਨ ਭਉਜਲ ਤਰਿਆ, ਸਗਲ ਦੂਤ ਉਨ ਸਾਧੇ ਜਿਉ। ਜਿਸ ਮਨੁੱਖ ਨੇ ਉਸ ਨਾਲ ਸਾਂਝ ਪਾਈ ਹੈ, ਸਾਧ ਸੰਗਤ ਵਿੱਚ ਰਹਿ ਕੇ ਉਸਨੇ ਸੰਸਾਰ ਸਮੁੰਦਰ ਤਰ ਲਿਆ ਹੈ। ਸਾਧ ਕੈ ਸੰਗ ਉਨ ਭਉਜਲ ਤਰਿਆ, ਕਿ ਸਾਧ ਸੰਗਤ ਵਿੱਚ ਰਹਿ ਕੇ ਉਹਨੇ ਇਹ ਸੰਸਾਰ ਤਰ ਲਿਆ ਹੈ, ਪਾਰ ਕਰ ਲਿਆ ਹੈ। ਸਗਲ ਦੂਤ ਉਨ ਸਾਧੇ ਜਿਉ, ਤੇ ਉਸਨੇ ਕਾਮਾਦਿਕ ਸਾਰੇ ਵਿਕਾਰ ਆਪਣੇ ਵਸ ਵਿੱਚ ਕਰ ਲਏ ਹਨ, ਸਾਧ ਲਏ ਹਨ, ਇਹਨਾਂ ਨੂੰ ਜਿਹੜਾ ਹੈ ਸਿੱਧਿਆਂ ਕਰ ਲਿਆ ਹੈ। ਤਿਨ ਕੀ ਸ਼ਰਨ ਪਰਿਆ ਮਨ ਮੇਰਾ, ਮਾਨ ਤਾਨ ਤਜ ਮੋਹ ਅੰਧੇਰਾ। ਤਿਨ ਕੀ ਸ਼ਰਨ ਪਰਿਆ ਮਨ ਮੇਰਾ, ਕਿ ਮੇਰਾ ਮਨ ਉਹਨਾਂ ਦੀ ਸ਼ਰਨ ਪੈਂਦਾ ਹੈ। ਮਾਨ ਤਾਨ ਤਜ ਮੋਹ ਅੰਧੇਰਾ, ਤਜ ਤੋਂ ਭਾਵ ਛੱਡ ਕੇ, ਤਿਆਗ ਕੇ, ਕਿ ਜਿਨ੍ਹਾਂ ਨੇ ਦੁਨੀਆ ਵਾਲਾ ਮਾਨ ਛੱਡ ਕੇ, ਦੁਨੀਆ ਵਾਲਾ ਤਾਨ ਛੱਡ ਕੇ, ਜੀਵਨ ਰਾਹ ਵਿੱਚ ਹਨੇਰਾ ਪੈਦਾ ਕਰਨ ਵਾਲਾ ਮਾਇਆ ਦਾ ਮੋਹ ਛੱਡ ਕੇ ਸਾਰੇ ਦੂਤ ਵਿਕਾਰ ਵਸ ਕਰ ਲਏ ਨੇ, ਕਿ ਮੇਰਾ
ਮਨ ਉਹਨਾਂ ਦੀ ਸ਼ਰਨ ਪੈਂਦਾ ਹੈ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੀ ਰਹਿਮਤ ਦੇ ਰਾਹੀਂ ਦੁਨੀਆ ਵਾਲਾ ਮਾਣ ਵੀ ਛੱਡ ਦਿੱਤਾ ਹੈ, ਦੁਨੀਆ ਵਾਲਾ ਤਾਨ ਵੀ ਛੱਡ ਦਿੱਤਾ ਹੈ, ਅਤੇ ਕੀ ਹੈ ਤਜ ਮੋਹ ਅੰਧੇਰਾ ਤੇ ਮਾਇਆ ਦੇ ਮੋਹ ਦਾ ਹਨੇਰਾ ਵੀ ਇਸ ਸੰਸਾਰੀ ਇਸ ਜੀਵਨ ਦੇ ਰਸਤੇ ਦੇ ਵਿੱਚੋਂ ਤਿਆਗ ਦਿੱਤਾ ਹੈ, ਛੱਡ ਦਿੱਤਾ ਹੈ। ਮੇਰਾ ਮਨ ਜਿਹੜਾ ਉਹਨਾਂ ਦੀ ਸ਼ਰਨ ਪੈਂਦਾ ਹੈ। ਨਾਮ ਦਾਨ ਦੀਜੈ ਨਾਨਕ ਕੋ, ਤਿਸ ਪ੍ਰਭ ਅਗੰਮ ਅਗਾਧੇ ਜੀਓ। ਅਗਾਧੇ ਤੋਂ ਅਰਥ ਕੀ ਹੈ ਜੀ? ਅਗਾਧ, ਅਥਾਹ, ਕਿ ਉਹਦੀ ਤੇ ਮਹਿਮਾ ਬੜੀ ਅਗਾਧ ਬੋਧ ਹੈ, ਭਾਵ ਬਹੁਤ ਗਾਂ ਦੀ। ਅਗਾਧੇ ਸ਼ਬਦ ਸਤਿਗੁਰੂ ਜੀ ਨੇ ਵਰਤਿਆ ਹੈ। ਅਗੰਮ ਸ਼ਬਦ ਤੋਂ ਭਾਵ ਪਹੁੰਚ ਤੋਂ ਪਰੇ। ਉਹਨਾਂ ਅੱਗੇ ਅਰਦਾਸ ਕਰਦਾ ਹੈ, ਮੈਨੂੰ ਨਾਨਕ ਨੂੰ ਵੀ ਉਸ ਅਪਹੁੰਚ ਅਥਾਹ ਪ੍ਰਭੂ ਦਾ ਨਾਮ ਦਾਨ ਵਜੋਂ ਦੇਹੋ, ਕਿ ਜਿਹੜਾ ਹੈ ਉਹ ਮੈਨੂੰ ਵੀ ਦਾਨ ਦੇਣਾ ਕਰੋ। ਨਾਮ ਦਾਨ ਦੀਜੈ ਨਾਨਕ ਕਉ, ਤਿਸ ਪ੍ਰਭ ਅਗੰਮ ਅਗਾਧੇ ਜੀਓ, ਕਿ ਉਹਨਾਂ ਅੱਗੇ ਅਰਦਾਸ ਕਰਦਾ ਹੈ ਜਿਨ੍ਹਾਂ ਨੇ ਪਾ ਲਿਆ ਹੈ ਦੁਨੀਆ ਦਾ ਮਾਣ ਤਾਣ, ਮੋਹ ਮਾਇਆ ਦਾ ਛੱਡ ਦਿੱਤਾ ਹੈ, ਕਿ ਮੈਨੂੰ ਨਾਨਕ ਨੂੰ ਵੀ ਉਸ ਅਪਹੁੰਚ ਅਥਾਹ ਪ੍ਰਭੂ ਦਾ ਨਾਮ ਦਾਨ ਜਿਹੜਾ ਹੈ ਉਹ ਦੇਣਾ ਕਰੋ, ਦੱਸਣਾ ਕਰੋ। ਮਾਝ ਮਹਿਲਾ ਪੰਜਵਾਂ। ਤੂੰ ਪੇੜ ਸਾਖ ਤੇਰੀ ਫੂਲੇ, ਤੂੰ ਸੂਖਮ ਹੋਆ ਅਸਥੂਲੀ। ਹੁਣ ਸਤਿਗੁਰੂ ਜੀ, ਤੂੰ ਪੇੜ ਸਾਖ ਤੇਰੀ ਫੂਲੀ, ਪੇੜ ਤੋਂ ਭਾਵ ਰੁੱਖ ਦਰਖਤ, ਸਾਖ ਤੋਂ ਭਾਵ ਸਾਖਾਂ ਟਾਹਣੀਆਂ ਹੁੰਦੀਆਂ ਜਿਹੜੀਆਂ, ਫੁੱਲੀ ਤੋਂ ਭਾਵ ਫੁੱਟੀਆਂ ਹੋਈਆਂ ਜਿਹੜੀਆਂ ਸਾਖਾਂ, ਸਾਖ ਤੇਰੀ ਫੁੱਲੀ, ਕਿ ਫੁੱਟੀਆਂ ਹੋਈਆਂ ਸਾਖਾਂ, ਫੁੱਟੀਆਂ ਹੋਈਆਂ ਟਹਿਣੀਆਂ। ਕਿ ਹੇ ਪ੍ਰਭੂ, ਤੂੰ ਮਾਨੋ ਇੱਕ ਰੁੱਖ ਹੈ, ਇਹ ਸਾਰਾ ਸੰਸਾਰ ਤੈਂ ਰੁੱਖ ਤੋਂ ਫੁੱਟੀਆਂ ਹੋਈਆਂ ਤੇਰੀਆਂ ਟਾਹਣੀਆਂ ਨੇ। ਕਿ ਹੇ ਮਾਲਕ ਜੀ, ਤੂੰ ਇੱਕ ਰੁੱਖ ਹੈ ਤੇ ਜਿਹੜਾ ਇਹ ਸਾਰਾ ਸੰਸਾਰ ਹੈ ਇਹ ਤੇਰੀਆਂ ਟਹਿਣੀਆਂ ਹਨ, ਕਿ ਤੇਰੇ ਨਾਲ ਜੁੜੀਆਂ ਹੋਈਆਂ ਨੇ, ਤੇਰੇ ਨਾਲ ਲੱਗੀਆਂ ਹੋਈਆਂ ਨੇ, ਤੇਰੇ ਵਿੱਚੋਂ ਹੀ ਫੁੱਟੀਆਂ ਹੋਈਆਂ ਨੇ। ਤੂੰ ਸੂਖਮ ਹੋਆ ਅਸਥੂਲੀ, ਸੂਖਮ ਤੋਂ ਭਾਵ ਬੜਾ ਬਰੀਕ, ਅਦਿਸ਼ਟ ਜਿਹੜਾ ਦਿਸਦਾ ਨਹੀਂ, ਹੋਆ ਅਸਥੂਲੀ, ਕਿ ਅਸਥੂਲ ਤੋਂ ਭਾਵ ਦੋਵੇਂ ਸ਼ਬਦ ਹੀ ਵਰਤੇ ਹੋਏ ਹੈ, ਇੱਕ ਸੂਖਮ ਹੈ, ਇੱਕ ਉਹਦਾ ਉਲਟਾ, ਕਿ ਇੱਕ ਅਦ੍ਰਿਸ਼ਟ ਸੂਖਮ ਜਿਹੜਾ ਦਿਸਦਾ ਨਹੀਂ ਹੈ ਤੇ ਇੱਕ ਸਥੂਲ ਹੈ ਜਿਹੜਾ ਦਿਸ ਰਿਹਾ ਹੈ। ਪਾਤਸ਼ਾਹ ਜੀ ਆਖ ਰਹੇ ਹਨ ਕਿ ਹੇ ਪ੍ਰਭੂ, ਤੂੰ ਅਦ੍ਰਿਸ਼ਟ ਹੈ, ਆਪਣੇ ਅਦ੍ਰਿਸ਼ਟ ਰੂਪ ਤੋਂ ਦਿਸਦਾ ਜਗਤ ਜਿਹੜਾ ਉਹ ਬਣਿਆ ਹੋਇਆ ਹੈ, ਕਿ ਤੂੰ ਆਪ, ਤੇਰਾ ਕੋਈ ਆਪਣਾ ਰੂਪ ਨਹੀਂ ਹੈ, ਪਰ ਸਾਰੇ ਸੰਸਾਰ ਦੇ ਵਿੱਚ ਤੂੰ ਹੀ ਅਸਥੂਲ ਜਗਤ ਦੇ ਵਿੱਚ ਸੂਖਮ ਰੂਪ ਹੋ ਕਰਕੇ ਜਿਹੜਾ ਹੈ ਉਹ ਵਸਿਆ ਹੋਇਆ ਹੈ, ਬਣਿਆ ਹੋਇਆ। ਤੂੰ ਸੂਖਮ ਹੋਆ ਅਸਥੂਲੀ, ਕਿ ਤੂੰ ਹੈ ਸੂਖਮ, ਦਿਸਦਾ ਨਹੀਂ ਹੈ, ਪਰ ਇਸ ਸਾਰੇ ਸੰਸਾਰ ਦੇ ਵਿੱਚ ਅਸਥੂਲ ਰੂਪ ਹੋ ਕਰਕੇ ਤੂੰ ਹੀ ਵਰਤ ਰਿਹਾ ਹੈ। ਜਿਵੇਂ ਦਰਖਤ ਦੀ ਉਦਾਹਰਨ ਦਿੱਤੀ, ਆਪਾਂ ਦਰਖਤ ਤੋਂ ਹੀ ਸਾਂਝ ਪਾ ਲਈਏ ਕਿ ਦਰਖਤ ਇੱਕ ਹੈ, ਉਹਦੇ ਤਣੇ ਦੇ ਨਾਲ ਸਾਰੀਆਂ ਟਾਹਣੀਆਂ ਉੱਗੀਆਂ ਹੁੰਦੀਆਂ, ਲੱਗੀਆਂ ਹੁੰਦੀਆਂ, ਕੋਈ ਕਿਤੋਂ ਫੁੱਟਦੀ ਕੋਈ ਕਿਤੋਂ ਫੁੱਟਦੀ ਹੈ। ਹੁਣ ਉਸ ਦਰਖਤ ਦੇ ਤਣੇ ਦੇ ਵਿੱਚੋਂ ਪਾਣੀ ਚੱਲਦਾ ਹੈ ਤੇ ਉੱਥੇ ਪਹੁੰਚਦਾ ਹੈ। ਜਿਵੇਂ ਉਸ ਤਣੇ ਦੇ ਵਿੱਚ ਪਾਣੀ ਪਹੁੰਚਦਾ ਹੈ ਨਾ, ਇਸੇ ਤਰ੍ਹਾਂ ਉਹ ਮਾਲਕ ਵੀ ਸਾਰਿਆਂ ਦੇ ਅੰਦਰ ਕੀ ਹੈ, ਵਸਿਆ ਹੋਇਆ ਹੈ, ਕਿ ਜਿੱਥੇ ਉਹ ਨਹੀਂ ਪਹੁੰਚਦਾ ਜਾਂ ਆਪਣਾ ਪਿੱਛੇ ਕਰ ਲੈਂਦਾ, ਉਹ ਟਾਹਣੀ ਜਾਂ ਤਾਂ ਸੁੱਕ ਜਾਂਦੀ ਤੇ ਜਾਂ ਟੁੱਟ ਕੇ ਥੱਲੇ ਡਿੱਗ ਪੈਂਦੀ ਹੈ। ਕਹਿਣ ਤੋਂ ਭਾਵ ਹੈ ਕਿ ਮਾਲਕ ਇਸ ਦ੍ਰਿਸ਼ਟਮਾਨ ਸੰਸਾਰ ਦੇ ਵਿੱਚ ਅਦ੍ਰਿਸ਼ਟ ਹੋ ਕਰਕੇ ਜਿਹੜਾ ਉਹ ਵਰਤ ਰਿਹਾ ਹੈ। ਤੂੰ ਜਲ ਨਿਧ ਤੂੰ ਫੇਨ ਬੁੱਧ ਬੁਧਾ,
ਤੁਧ ਬਿਨ ਅਵਰ ਨਾ ਭਾਲੀਐ ਜੀਓ। ਜਲ ਨਿਧ ਦਾ ਕੀ ਅਰਥ ਹੈ ਜੀ? ਜਲ ਦਾ ਖਜ਼ਾਨਾ ਭਾਵ ਸਮੁੰਦਰ। ਫੇਨ ਤੋਂ ਭਾਵ ਝੱਗ। ਬੁੱਧ ਬੁੱਧਾ ਬੁਲਬੁਲਾ। ਹੁਣ ਸਤਿਗੁਰੂ ਜੀ ਆਖਣ ਲੱਗੇ, ਹੇ ਪ੍ਰਭੂ ਤੂੰ ਮਾਨੋ ਇੱਕ ਸਮੁੰਦਰ ਹੈ। ਇਹ ਸਾਰਾ ਜਗਤ ਪਸਾਰਾ ਜਿਹੜਾ ਉਹ ਮਾਨੋ ਝੱਗ ਤੇ ਬੁਲਬੁਲਾ ਵੀ ਤੂੰ ਆਪ ਹੀ ਹੈ। ਤੂੰ ਫੇਨ ਬੁੱਧਬੁਦਾ ਕਿ ਇਹ ਸਾਰਾ ਸੰਸਾਰ ਝੱਗ ਵਰਗਾ ਤੇ ਬੁਲਬੁਲਿਆਂ ਵਰਗਾ ਹੈ, ਪਰ ਹੈ ਤੂੰ ਆਪ ਹੀ ਹੈ। ਕਿਉਂਕਿ ਸਮੁੰਦਰ ਦੇ ਵਿੱਚੋਂ ਝੱਗ ਬਣ ਰਹੀ ਹੈ, ਸਮੁੰਦਰ ਦੇ ਵਿੱਚੋਂ ਬੁਲਬੁਲੇ ਬਣ ਰਹੇ ਹੈ, ਤੇ ਇਹ ਹੈ ਸਾਰਾ ਸੰਸਾਰ ਇਸੇ ਤਰ੍ਹਾਂ, ਪਰ ਇਹਦੇ ਵਿੱਚ ਹੈ ਤੂੰ ਹੀ ਹੈ, ਤੂੰ ਆਪ ਹੀ ਹੈ। ਤੁਧ ਬਿਨ ਅਵਰ ਨਾ ਭਾਲੀਐ ਜੀਓ। ਤੈਥੋਂ ਬਿਨਾ ਹੋਰ ਕੁਝ ਵੀ ਨਹੀਂ ਦਿਸਦਾ ਹੈ, ਹੋਰ ਕੁਝ ਵੀ ਨਜ਼ਰ ਨਹੀਂ ਆਉਂਦਾ ਹੈ। ਆਪਾਂ ਦੇਖ ਹੀ ਲਈਏ ਕਿ ਘਰ ਦੇ ਵਿੱਚ ਵੀ ਕਈ ਵਾਰ ਪਾਣੀ ਹੈ ਜਿਹੜੀ ਹਿਲਜੁਲ ਹੋਏ ਉਹਦੇ ਵਿੱਚ ਉਹ ਬੁਲਬੁਲੇ ਵੀ ਬਣ ਜਾਂਦੀ ਹੈ, ਥੋੜ੍ਹੀ ਬਹੁਤ ਝੱਗ ਵੀ ਬਣ ਜਾਂਦੀ ਹੈ। ਕਈ ਵਾਰ ਹੋ ਜਾਂਦਾ ਨਾ ਸਰਫ ਸੁਰਫ ਵਾਲਾ ਪਾਣੀ ਹੋਵੇ, ਪਰ ਹੁੰਦਾ ਤਾਂ ਉਹਦੇ ਵਿੱਚੋਂ ਹੀ ਹੈ ਨਾ। ਹੁਣ ਉਹ ਵੱਖਰੀ ਹੋ ਕੇ ਸਰਫ ਕੋਈ ਟਿਕ ਤਾਂ ਨਹੀਂ ਸਕਦੀ, ਜਾਂ ਬੁਲਬੁਲੇ ਪਾਣੀ ਤੋਂ ਵੱਖਰੇ ਹੋ ਕੇ, ਜਾਂ ਜਿਹੜਾ ਹੈ ਜਿਹੜੀ ਝੱਗ ਬਣੀ ਉਹ ਤੋਂ ਵੱਖਰੀ ਹੋ ਕੇ ਟਿਕ ਤਾਂ ਨਹੀਂ ਸਕਦੀ, ਰਹਿ ਨਹੀਂ ਸਕਦੀ ਪਾਣੀ ਤੋਂ ਬਿਨਾਂ। ਇਸੇ ਤਰ੍ਹਾਂ ਹੀ ਪਾਤਸ਼ਾਹ ਜੀ ਆਖ ਰਹੇ ਨੇ ਕਿ ਆਪ ਹੀ ਤੂੰ ਸਮੁੰਦਰ ਹੈ, ਆਪ ਹੀ ਤੂੰ ਬੁਲਬੁਲ ਹੈ, ਆਪ ਹੀ ਉਤੋਂ ਬਣਨ ਵਾਲੀ ਝੱਗ ਹੈ। ਭਾਵ ਹੈ ਸਭ ਕੁਝ ਹੀ ਆਪ, ਪਰ ਇਹ ਸੰਸਾਰ ਦਿਸਦਾ ਵੱਖਰਾ ਹੈ। ਤੂੰ ਸੂਤ ਮਣੀਏ ਪੀ ਤੂੰ ਹੈ, ਤੂੰ ਗੰਠੀ ਮੇਰ ਸਿਰ ਤੂੰ ਹੈ। ਤੂੰ ਸੂਤ, ਸੂਤ ਤੋਂ ਭਾਵ ਧਾਗਾ, ਡੋਰੀ, ਮਣੀਏ ਮਣਕੇ। ਪਾਤਸ਼ਾਹ ਜੀ ਆਖਣ ਲੱਗੇ ਇਹ ਸਾਰਾ ਜਗਤ ਪਸਾਰਾ ਤੈਥੋਂ ਬਣਿਆ, ਤੇਰਾ ਹੀ ਸਰੂਪ ਹੈ। ਮਾਨੋ ਕਿ ਇੱਕ ਮਾਲਾ ਹੈ ਤੇ ਉਸ ਮਾਲਾ ਦਾ ਧਾਗਾ ਜਿਹੜਾ ਤੂੰ ਆਪ ਹੈ, ਪਰ ਮਣਕੇ ਵੀ ਤੂੰ ਆਪ ਹੀ ਹੈ। ਕਿ ਉਸ ਸਾਰੀ ਮਾਲਾ ਦੇ ਵਿੱਚ ਧਾਗਾ ਰੂਪ ਹੋ ਕਰਕੇ ਵੀ ਤੂੰ ਹੈ, ਤਾਂ ਹੀ ਤੇ ਉਹ ਮਾਲਾ ਬਣਦੀ ਹੈ। ਤੇ ਉਹ ਮਣਕਿਆਂ ਦੇ ਵਿੱਚ ਵੀ ਤੂੰ ਆਪ ਹੀ ਹੈ, ਕਿ ਸਭ ਕੁਝ ਤੂੰ ਆਪ ਹੀ, ਕਿ ਸੰਸਾਰ ਮਣਕਿਆਂ ਦੀ ਤਰ੍ਹਾਂ ਹੈ ਤੇ ਤੂੰ ਜਿਹੜਾ ਹੈ ਧਾਗੇ ਦੀ ਤਰ੍ਹਾਂ ਵਿੱਚ ਵਰਤ ਰਿਹਾ ਹੈ, ਪਰ ਅਸਲ ਵਿੱਚ ਤੂੰ ਹੀ ਮਣਕੇ ਵੀ ਤੂੰ ਆਪ ਹੀ ਹੈ। ਤੂੰ ਗੰਠੀ ਮੇਰ ਸਿਰ ਤੂੰ ਹੈ। ਗੰਠੀ ਤੋਂ ਭਾਵ ਗੰਢ, ਤੇ ਮੇਰ ਹਾਂਜੀ ਵੱਡਾ ਮਣਕਾ ਹੁੰਦਾ ਜਿਹੜਾ ਮਾਲਾ ਦੇ ਵਿੱਚ, ਉਹਨੂੰ ਮੇਰ। ਕਿ ਗੰਢ ਵੀ ਤੂੰ ਆਪ ਹੈ, ਮਣਕਿਆਂ ਨੂੰ ਕਰਕੇ ਗੰਢ ਦਿੱਤੀ ਜਾਂਦੀ ਨਾ ਇੱਕ ਥਾਂ ਤੇ ਇੱਕ ਵਿੱਚ ਵੱਡਾ ਮਣਕਾ ਪਾਇਆ ਹੁੰਦਾ, ਜਿਹਨੂੰ ਮੇਰੂ ਮਣਕਾ ਆਖਿਆ ਜਾਂਦਾ ਹੈ। ਕਿ ਮੇਰ ਸਿਰ ਤੂੰ ਹੈ, ਭਾਵ ਉਹਨਾਂ ਸਾਰਿਆਂ ਤੋਂ ਵੱਡਾ ਜਿਹੜਾ ਮਣਕਾ ਸਿਰ ਉੱਤੇ। ਕਿ ਮਣਕਿਆਂ ਉੱਤੇ ਗੰਢ ਵੀ ਤੂੰ ਹੀ ਹੈ, ਤੇ ਸਭ ਮਣਕਿਆਂ ਦੇ ਸਿਰ ਉੱਤੇ ਮੇਰੂ ਮਣਕਾ ਵੀ ਤੂੰ ਹੀ ਹੈ। ਕਿ ਹੈ ਸਭ ਕੁਝ ਹੀ ਤੂੰ, ਪਰ ਗੁਰੂ ਤੋਂ ਬਿਨਾਂ ਇਹ ਸੋਝੀ ਨਹੀਂ ਪੈਂਦੀ, ਦਿਸਦਾ ਨਹੀਂ, ਪਤਾ ਨਹੀਂ ਲੱਗਦਾ ਕਿ ਸੰਸਾਰ ਸਾਰਾ ਬਣਾਇਆ ਵੀ ਤੂੰ ਹੈ, ਕਰਤਾ ਪੁਰਖ ਵੀ ਤੂੰ ਹੀ ਹੈ, ਬਣਾਉਣ ਵਾਲਾ ਵੀ ਤੂੰ, ਵਰਤਣ ਵਾਲਾ ਵੀ ਤੂੰ ਹੈ, ਪਰ ਗੁਰੂ ਦੀ ਕਿਰਪਾ ਤੋਂ ਬਿਨਾਂ, ਗੁਰੂ ਦੇ ਸ਼ਬਦ ਤੋਂ ਬਿਨਾਂ ਇਹ ਨਜ਼ਰ ਹੀ ਨਹੀਂ ਪੈਂਦਾ ਹੈ। ਆਦ ਮਦ ਅੰਤ ਪ੍ਰਭ ਸੋਈ, ਆਵਰ ਨ ਕੋਇ ਦਿਖਾਲੀਐ ਜੀਓ। ਆਦ ਮਦ ਅੰਤ ਪ੍ਰਭ ਸੋਈ, ਆਵਰ ਨ ਕੋਇ ਦਿਖਾਲੀਐ ਜੀਓ। ਪਾਤਸ਼ਾਹ ਜੀ ਆਖਣ ਲੱਗੇ ਆਦ ਤੋਂ ਭਾਵ ਸ਼ੁਰੂ ਤੋਂ, ਮੁੱਢ ਤੋਂ, ਮੱਧ ਵਿਚਕਾਰ, ਅੰਤ ਵੇਲੇ, ਅਖੀਰ ਵਿੱਚ। ਕਿ ਜਗਤ ਰਚਨਾ ਦੇ ਸ਼ੁਰੂ ਵਿੱਚ, ਮੱਧ ਵਿੱਚ ਤੇ ਅੰਤ ਵਿੱਚ ਪ੍ਰਭੂ ਆਪ ਹੀ ਆਪ ਹੈ। ਅਵਰ ਨ ਕੋਇ ਦਿਖਾਲੀਐ ਜੀਓ, ਉਸ ਤੋਂ ਬਿਨਾਂ ਹੋਰ ਕੋਈ ਨਹੀਂ ਦਿਸਦਾ ਹੈ। ਇੱਕ ਸਮਾਂ ਥੋੜ੍ਹਾ ਹੈ, ਪਰ ਆਪਾਂ ਇੱਕ ਛੋਟੀ ਜਿਹੀ ਵਿਚਾਰ ਕਰਦੇ ਚੱਲੀਏ। ਇੱਕ ਸ਼ਬਦ ਪੜ੍ਹਿਆ ਜਾਂਦਾ ਹੈ ਹੋਰ,
ਜਦੋਂ ਅਖੰਡ ਪਾਠ ਜਾਂ ਸਹਿਜ ਪਾਠ ਰੱਖਿਆ ਦੂਜੇ ਦਿਨ ਅਰਦਾਸ ਕੀਤੀ ਜਾਂਦੀ ਹੈ। ਬਹੁਤ ਪ੍ਰਚਲਿਤ ਹੋਇਆ ਹੈ ਮੱਧ ਦੀ ਅਰਦਾਸ। ਕਦੇ ਬਾਣੀ ਦਾ ਮੱਧ ਹੋ ਸਕਦਾ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ ਕਿੰਨੇ ਹੈ, ਤੇ ਜੇ ਅਸੀਂ ਅੱਧੇ ਅੰਕ ਕਰਨੇ ਹੋਣ ਕਿੱਥੋਂ ਤੱਕ ਬਣਨਗੇ? ਤੇ 705 ਤੇ ਮੱਧ ਫਿਰ ਕਿਵੇਂ ਹੋ ਗਿਆ? ਹਾਂਜੀ, ਫਿਰ ਮੈਂ ਇਹੋ ਹੀ ਗੱਲ ਸਮਝਾਉਣ ਦੀ ਯਤਨ ਕਰ ਰਹੇ ਕਿ ਸ਼ਬਦ ਤੇ ਹੁਣ ਇੱਥੇ ਵੀ ਲਿਖਿਆ ਹੋਇਆ, ਫਿਰ ਇੱਥੇ ਕਿਉਂ ਨਹੀਂ ਅਰਦਾਸ ਕੀਤੀ ਜਾਂਦੀ, ਉੱਥੇ ਕਿਉਂ ਕੀਤੀ ਜਾਂਦੀ? ਇਹ ਤੇ ਹੋਰ ਬਹੁਤ ਵਾਰੀ ਲਿਖਿਆ ਹੋਣਾ ਅੱਗੇ। ਪੁਰਾਣੇ ਸਮੇਂ ਦੇ ਵਿੱਚ ਇੱਕ ਤਰੀਕਾ ਸੀ, ਪਹਿਲੇ ਅੱਧੇ ਸਮੇਂ ਦੇ ਵਿੱਚ ਜਿਹੜਾ ਜਾ ਕੇ ਹੈ ਉਹ ਉੱਥੋਂ ਤੱਕ ਪਾਠ ਹੋ ਜਾਏ, ਕਿ ਉੱਥੋਂ ਤੱਕ ਪਾਠ ਹੋ ਜਾਏ ਤਾਂ ਕਿ ਪਤਾ ਲੱਗ ਜੇ, ਅੱਗੇ ਪਿੱਛੇ ਹੋ ਜੂ ਕੋਈ ਗੱਲ ਨਹੀਂ ਹੈ। ਕਹਿਣ ਤੋਂ ਭਾਵ ਕਿ ਅੱਧਾ ਕੁ ਪਾਠ ਹੋ ਜੇ ਇੰਨੇ ਸਮੇਂ ਤੱਕ, ਜਿਵੇਂ ਕੱਲ੍ਹ 10 ਵਜੇ ਰੱਖਿਆ ਸੀ, ਅੱਜ 10 ਵਜੇ ਤੱਕ ਇੱਥੇ ਕੁ ਪਾਠ ਪਹੁੰਚ ਜਾਏ ਕਿ ਅਗਲਾ ਵੀ ਤੇ ਪੂਰਾ ਕਰਨਾ ਨਾ ਫਿਰ, ਤੇ ਪਿਛਲਾ ਵੀ ਪੂਰਾ ਕਰਨਾ, ਕਿ ਨਾ ਕਿ ਜਾਂ ਤਾਂ ਬਹੁਤ ਘੱਟ ਹੀ ਹੋ ਜੇ ਜਾਂ ਜ਼ਿਆਦਾ ਹੀ ਹੋ ਜੇ, ਕਿ ਉੱਧਰੋਂ ਪਿੱਛੋਂ ਜਾਂ ਤਾਂ ਭੋਗ ਛੇਤੀ ਪੈਣ ਲੱਗ ਜੇ ਜਾਂ ਜਿਹੜਾ ਹੈ ਭੋਗ ਲੇਟ ਹੀ ਹੋ ਜੇ ਪੈਣ ਲੱਗਿਆ, ਕਿ ਇਹ ਵਿਚਾਰ ਜਿਹੜੀ ਮੰਨੀ ਜਾ ਸਕਦੀ ਹੈ। ਪਰ ਗੁਰਬਾਣੀ ਦਾ ਮੱਧ ਕਰਨਾ ਅਰਦਾਸ ਦੇ ਵਿੱਚ ਗੱਜ ਵੱਜ ਕੇ ਕਿਹਾ ਜਾਂਦਾ ਗ੍ਰੰਥੀਆਂ ਦੇ ਵੱਲੋਂ ਵੀ, ਕਿਉਂਕਿ ਜਿਨ੍ਹਾਂ ਨੂੰ ਕਹਿ ਦਈਏ, ਕਿਉਂਕਿ ਪ੍ਰਚਲਿਤ ਹੋ ਗਿਆ ਨਾ ਬਹੁਤਾ ਮੱਧ ਤੇ ਕੋਈ ਹੈ ਹੀ ਨਹੀਂ। ਅਰਦਾਸ ਤੇ ਬਾਣੀ ਦੀ ਕਰਨੀ ਹੁੰਦੀ ਹੈ ਕਿ ਮਾਲਕ ਜੀ ਜਿੰਨੀ ਪਾਵਨ ਬਾਣੀ ਕੱਲ੍ਹ ਤੋਂ ਲੈ ਕੇ ਅੱਜ ਤੱਕ ਪੜ੍ਹੀ ਗਈ ਹੈ, ਹੋਈਆਂ ਭੁੱਲਾਂ ਬਖਸ਼ ਲਿਓ, ਅਗਾਂਹ ਜਿਹੜੀ ਹੈ ਉਹ ਰਹਿਮਤ ਕਰਿਓ ਕਿ ਆਪ ਸੇਵਾ ਲੈ ਲਿਓ। ਇਹੀ ਹੈ ਨਾ। ਹੁਣ ਮੱਧ ਦਾ ਨਾਂ ਤੇ ਗੁਰੂ ਸਾਹਿਬ ਨੂੰ ਪਤਾ ਹੈ, ਬਸ ਆਪਣੇ ਕੋਲੋਂ ਹੀ ਸਿੱਖਾਂ ਨੇ ਮੱਧ ਬਣਾ ਲਿਆ ਕਿ ਇੱਥੋਂ ਤੱਕ ਹੈ। ਤੇ ਜੇ ਹੁਣ ਇੱਕ ਪੰਕਤੀ ਪਿੱਛੇ ਹੋਏ ਪਾਠ ਮੱਧ ਤੋਂ ਅਜੇ, ਤੇ ਫਿਰ ਇਹਦਾ ਮਤਲਬ ਕਿ ਉਹਦੀ ਅਰਦਾਸ ਨਹੀਂ ਹੋਈ। ਇਹੀ ਕਿਹਾ ਜਾਂਦਾ ਨਾ ਕਿ ਮੱਧ ਤੱਕ ਪਹੁੰਚਿਆ, ਮੱਧ ਤੇ ਜਾ ਕੇ ਖਲੋ ਜਾਂਦਾ ਪਾਠ ਤੇ ਪਾਠੀ ਸਿੰਘ ਕਰ ਰਿਹਾ ਹੁੰਦਾ। ਜੇ ਮੰਨਿਆ ਜਾਂਦਾ ਤੇ ਫਿਰ ਵੀ ਤੇ ਪਾਠ ਤੇ ਹੋ ਹੀ ਜਾ ਰਿਹਾ ਨਾ। ਪਹਿਲੀ ਗੱਲ ਤਾਂ ਇਹ ਹੈ ਕਿ ਅਖੰਡ ਪਾਠ ਹੈ ਕਿ ਖੰਡਿਤ ਨਹੀਂ ਹੋਣਾ ਚਾਹੀਦਾ। ਅਸੀਂ ਕੀ ਕਰਦੇ ਹਾਂ, ਮਰਿਆਦਾ ਬਣੀ ਹੋਈ ਹੈ, ਮਜਬੂਰੀ ਹੈ ਸਾਡੀ ਵੀ ਕਿ ਅਗਲੇ ਦਿਨ ਜਾ ਕੇ ਬਾਬੇ ਨੂੰ ਕਹੇ ਬਾਬਾ ਜੀ ਤੂੰ ਚੁੱਪ ਕਰ ਜਾ, ਹੁਣ ਅਸੀਂ 6 ਪੌੜੀਆਂ ਆਨੰਦ ਸਾਹਿਬ ਦੀਆਂ ਪੜ੍ਹ ਕੇ ਤੇਰੇ ਅੱਗੇ ਅਰਦਾਸ ਕਰਨੀ ਹੈ। ਖੰਡਿਤ ਤੇ ਅਸੀਂ ਆਪ ਕਰ ਰਹੇ ਹਾਂ। ਜੋ ਬਾਣੀ ਚੱਲ ਰਹੀ ਉਹਨੂੰ ਸੁਣਨਾ ਚਾਹੀਦਾ। ਅਰਦਾਸ ਜੇ ਕਰਨੀ ਹੈ ਵੈਸੇ ਦੇਗ ਬਣਾ ਕੇ ਵੰਡ ਦਿਓ, ਗੁਪਤ ਅਰਦਾਸ ਹੋ ਜਾਣੀ ਚਾਹੀਦੀ ਹੈ। ਪਰ ਕੀ ਹੈ, ਜੇ ਕੋਈ ਮੇਰੇ ਵਰਗਾ ਸਮਝਾਉਣ ਲੱਗ ਜੇ, ਆਖਣਗੇ ਨਹੀਂ ਨਹੀਂ ਬਾਬਾ ਤੇ ਹੋਰ ਹੀ ਤਰ੍ਹਾਂ ਦਾ ਸੀਗਾ। ਕਿਉਂਕਿ ਕੋਈ ਕਿਤੇ ਸਾਲ 2 ਸਾਲ ਬਾਅਦ ਪ੍ਰੋਗਰਾਮ ਕਰਾਉਂਦਾ, ਅੱਗੋਂ ਪਰਿਵਾਰ ਵਾਲੇ ਵੀ ਆਦੇ ਕਿ ਸਾਡੇ ਤਾਂ ਇਹੋ ਜਿਹਾ ਕੋਈ ਵੇਖਿਆ ਨਹੀਂ, ਤੁਸੀਂ ਨਵੇਂ ਹੀ ਆ ਗਏ ਹੋ। ਹੁੰਦਾ ਨਾ ਐਸਾ। ਕਹਿਣ ਤੋਂ ਭਾਵ ਅਸਲ ਸੱਚਾਈ ਕੀ ਹੈ? ਸੱਚਾਈ ਇਹ ਹੈ ਅਖੰਡ ਪਾਠ ਜਿਹੜਾ ਖੰਡ ਨਾ ਹੋਵੇ। ਖੰਡ ਦਾ ਭਾਵ ਹੁੰਦਾ ਟੋਟੇ, ਅਖੰਡ ਹੋਣਾ ਲਗਾਤਾਰ, ਜਿਹਦੇ 'ਚ ਕੋਈ ਰੁਕਾਵਟ ਨਾ ਹੋਏ। ਤੇ ਅਸੀਂ ਕੀ ਹੈ, ਰੁਕਾਵਟ ਪਾ ਲੈਣੇ ਅਗਲੇ ਦਿਨ ਜਾ ਕੇ ਕਿ ਹੁਣ ਗ੍ਰੰਥੀ ਸਿੰਘ ਜੀ ਤੁਸੀਂ 5-7 ਮਿੰਟ ਚੁੱਪ ਕਰੋ, ਅਸੀਂ ਹੁਣ ਆਪਣੀਆਂ ਬੇਨਤੀਆਂ ਜਿਹੜੀਆਂ ਕੱਲ੍ਹ ਕੀਤੀਆਂ ਸੀ ਦੁਬਾਰਾ ਫਿਰ ਕਰ ਲਈਏ। ਪਤਾ ਨਹੀਂ ਗੁਰੂ ਸਾਹਿਬ ਨੇ ਕੱਲ੍ਹ ਸੁਣੀਆਂ ਕਿ ਨਹੀਂ ਸੁਣੀਆਂ। ਇੱਕ ਮਿੰਟ, ਹਾਂਜੀ ਉਹ ਸਵਾਲ ਇਹੀ ਤਾਂ ਹੈ ਜੀ। ਮੈਂ ਕਹਿੰਦਾ ਕਿ ਕਿਤੇ ਛੱਡ ਕੇ ਤਾਂ ਵੇਖੀਏ। ਹੋ ਸਕਦਾ ਭਾਜੀ, ਤੁਹਾਡੀ ਗੱਲ ਨਾਲ ਸਹਿਮਤ ਹਾਂ ਮੈਂ। ਇਹੋ ਜਿਹੇ ਸਿਰਫ ਅਜੇ ਤੱਕ 1-2 ਪਰਿਵਾਰ ਹੀ ਮਿਲੇ ਆ ਇਸ ਪੂਰੇ ਇਲਾਕੇ 'ਚ। ਨਹੀਂ ਤਾਂ ਅਗਲੇ ਦਿਨ ਕਹਿੰਦੇ ਬਾਬਾ ਜੀ ਕੱਲ੍ਹ ਅਰਦਾਸ ਕਿੰਨੇ ਵਜੇ ਹੋਣੀ ਹੈ, ਇਹ ਕਿਹਾ ਜਾਂਦਾ ਨਾਲ ਦੀ ਨਾਲ। ਭਾਵਨਾ ਇਹ ਨਹੀਂ ਹੈ ਜੋ ਤੁਸੀਂ ਕਹਿ ਰਹੇ ਹੋ, ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਬਾਣੀ ਰੁਕਦੀ ਨਹੀਂ ਹੈ। ਉਹ ਬਾਣੀ ਸਾਡੇ ਸੁਣਨ ਵਾਸਤੇ ਹੈ, ਉਹ ਬਾਣੀ ਅਸੀਂ ਸੁਣਨੀ ਹੈ। ਪਹਿਲੇ ਦਿਨ 5 ਪੌੜੀਆਂ ਸੁਣਦੇ ਹਾਂ ਅਸੀਂ, ਜਦੋਂ ਦੇਗ ਵਰਤਾ ਦਿੱਤੀ ਜਾਂਦੀ ਉਦੋਂ ਉੱਠ ਕੇ ਤੁਰ ਪੈਂਦੇ ਅਸੀਂ। ਦੂਜੇ ਦਿਨ ਫਿਰ ਬਾਬੇ ਨੂੰ ਕਹਿੰਦੇ ਤੁਸੀਂ ਚੁੱਪ ਕਰੋ, ਜਿਹੜੀ ਬਾਣੀ ਉੱਥੇ ਚੱਲ ਰਹੀ ਹੈ ਉਹ ਤਾਂ ਫਿਰ ਤੁਸੀਂ ਸੁਣੀ ਨਹੀਂ। ਉਦੋਂ ਗੁਰੂ ਸਾਹਿਬ ਕੀ ਕਹਿ ਰਹੇ ਸੀ, ਕੀ ਉਪਦੇਸ਼ ਕਰ ਰਹੇ ਸੀ? ਪਹਿਲੇ ਦਿਨ ਵੀ ਉਹੀ 6 ਪੌੜੀਆਂ ਪੜ੍ਹੀਆਂ, ਦੂਜੇ ਦਿਨ ਵੀ ਉਹੀ ਪੜ੍ਹੀਆਂ, ਤੀਜੇ ਦਿਨ ਫਿਰ ਅਖੀਰ ਤੇ ਪੜ੍ਹਨੀਆਂ। ਚਲੋ ਠੀਕ ਹੈ, ਮਰਿਆਦਾ ਹੈ ਇੱਕ ਕਿ 6 ਪੌੜੀਆਂ ਪੜ੍ਹ ਕੇ ਦੇਗ ਦੇ ਸਮੇਂ ਅਰਦਾਸ ਕਰਨੀ ਹੈ ਬਿਲਕੁਲ। ਪਰ ਤੁਹਾਨੂੰ ਨਹੀਂ ਲੱਗਦਾ ਕਿ ਜੋ ਬਾਣੀ ਚੱਲ ਰਹੀ ਸੀ ਉਹਨੂੰ ਅਸੀਂ ਰੋਕ ਰਹੇ ਹਾਂ
भावें कि वो ग्रंथी सिख अपने मन च ही कर रहा है, मूँह च ही कर रहा है, तो असीं वखरे तौर पर एक बाणी शुरू कर लेने कोले खड़ो के बैठ के। पिंडां 'च ते होर भी बहुत कुछ हुंदा है कि शाम नूं सोदर दा पाठ भी कीता जांदा बह के, शाम नूं कीता जांदा है, ते सवेर दा नितनेम क्यों नहीं कीता जांदा? फिर दूरा पक्ष क्यों है ना ऐसा कि शाम नूं जिधर पाठ रखिया हुंदा उधर बहुती वार सोदर दा पाठ कीता जांदा, रह रस पढ़ी जांदी, अरदास कीती जांदी, सारा कुछ कीता जांदा। चंगी गल करना चाहिए, तो फिर जे शाम दा कीता है तो फिर सवेर दा भी तो करना चाहिए है ना। पर असल की है, बाणी सुनना मुख है। विचार का विषय लंबा हो जाना। अपना यही सी कि जो इत्थे अर्थ लिखे है ना सतगुरु जी ने, जो आद मद अंत प्रभ सोई अवर न कोई कोय दिखाली जी, उत्थे भी इहो ही है, आद पूरन मद पूरन अंत पूर्ण परमेश्वरा, कि मालक शुरू च भी पूरा सी, मद च भी पूरा है, ते अंत दे विच भी उन्हें पूरे रहना। अर्थ उत्थे ये सी। असी गुरु ग्रंथ साहब का यद करन बह गए कि इत्थे कला लिया। हाँ जी, मद उही तो गल है ना, 705 ते मद लाउण बह गए असीं। असी तो कह आ तुहानूं दसता, हुण वेख लांगे आपां किन्ने क जने मनदे आ। गल तो उही है ना, फिर हुण तुसीं आप ही कह रहे हो भेड़ चाल है। ठीक, आपां ते दसता तुहानूं हुण कि शुरू की अरदास है तो अंत की अरदास है। रहत मर्यादा दे विच मद की अरदास नहीं लिखी हुई। रहत मर्यादा दे विच मद की अरदास कोई कि खंड पाठ शुरू की अरदास है, भोग की अरदास है, विचाले की कोई नहीं है। खैर पातशाह जी रहमत करन। फिर आपां विचारांगे, समा अपना ज़्यादा हो गया। तू निर्गुण सरगुण सुख दाता, तू निर्बान रसिया रंग राता, तू निर्गुण भाव माया के 3 गुणों तो रहत, अते सरगुण भाव माया के 3 गुण वाला, कि सरगुण भी है तो निर्गुण भी, भाव कि सब थावां ते तू ही व्यापक है। कि हे प्रभु तू अपनी रची माया के 3 गुणों तो परे है, निर्गुण है, अते 3 गुणों तो बनिया जगत पसारा जिहड़ा है अपनी माया तो परे है, ते 3 गुणों तो जिहड़ा ये जगत का पसारा बनिया होया है वो भी तू आप ही है। भाव सब जीवां नूं सुख दाता, सब जीवां नूं सुख देण वाला भी तू ही है। कि माया भी तू बनाई है, 3 गुण भी तू बनाए है, ते 3 गुणां दे राही तू संसार नूं पैदा भी कीता है, ते इसे करके तू उस 3 गुणां तो परे भी है, ते उन्हां 3 गुणां तो उपजे संसार दे विच भी तू ही है। तू निर्वाण रसिया रंग राता, कि तू वासना रहत है, सब जीवां विच व्यापक हो के रसिया रसां दे भोगण वाला भी है, अते रंग राता रसां दे प्यार विच भी मस्त है। कि सब असे दे विच तू आप ही जिहड़ा है वो वसिया होया है। अपने करतब आपे जाने, आपे तुद संभालिए जियो, हे प्रभु ये खेड तमाशे तू आप ही जानदा है। अपने करतब आपे जाने, अते तुद आप आपे तुद संभालीए जी, तू आप ही सारी संभाल भी जिहड़ी है जगत दी कर रहा है। तू ठाकुर सेवक फुन आपे, तू गुप्त प्रगट प्रभ आपे। पातशाह जी आखन लगे तू ठाकुर सेवक फुन आपे, कि हे प्रभु फुन तो भाव फिर
कि मालिक भी तू है ते सेवक भी तू आप ही है। कि मालिक भी तू आप है ते सेवक भी तू आप है। तू गुप्त प्रगट प्रभ आपे कि हे प्रभु सारे संसार विच तू लुकिया होया भी है ते संसार रूप हो के तू प्रतख भी दिस रहा है। कि तू लुकिया होया भी है ते प्रतख भी संसार दे अंदर है। नानक दास सदा गुण गावै एक भोरी नदर निहालिए जियो। दास नानक सदा तेरे गुण गाउंदा है। हे प्रभु रता को समा ही इस दास वल मेहर दी निगाह नाल वेख। कि सदा तेरे गुण गाउंदा। नानक दास सदा गुण गावे। सदा दे लई नानक दास तेरे गुण गाउंदा है। एक भोरी नदर निहालीए जी। भोरी के भोरा थोड़ी जी कि थोड़ी जी मेहर दी नदर जिहड़ी इस दास वल करके भी जिहड़ा है वो वेखना कर होईयां भुल्लां दी खिमा। सतगुरु जी रहमत करन कि साडे अंदर भी ये बाणी जिहड़ी है वो वस जाए। असीं बाहरी कारज करन दी बजाए अपने अंदरों जिहड़े है सुखी हो करके आत्मक आनंद नाल जुड़ के वो आत्मक आनंद प्राप्त करना। सतगुरु जी रहमत करन। वाहिगुरु जी का खालसा वाहिगुरु जी की फतेह।